ਅੱਜ ਆਓ ਅਸੀਂ ਇੱਕ ਵੱਡੀ ਬੁਝਾਰਤ ਇਸ ਉਪਦੇਸ਼ ਲੇਖ ਨਾਲ ਪਰਮੇਸ਼ਵਰ ਦਾ ਵਚਨ ਸਾਂਝਾ ਕਰੀਏ। ਇਸ ਵਿਸ਼ੇ ਦੇ ਹੇਠ ਆਓ ਅਸੀਂ ਪਰਮੇਸ਼ਵਰ ਦੀ ਕਿਰਪਾ ਸਾਂਝਾ ਕਰਨ ਦਾ ਸਮਾਂ ਲਈਏ। ਯੁੱਗਾਂ ਤੋਂ ਅਤੇ ਦੁਨੀਆ ਭਰ ਵਿੱਚ ਲੋਕਾਂ ਨੂੰ ਪ੍ਰਕਾਸ਼ਮਾਨ ਅਤੇ ਬੁੱਧੀ ਦੇਣ ਲਈ ਅਕਸਰ ਬੁਝਾਰਤਾਂ ਵਰਤੀਆਂ ਜਾਂਦੀਆਂ ਹਨ। ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਅਸੀਂ ਬਹੁਤ ਸਾਰੀਆਂ ਬੁਝਾਰਤਾਂ ਪਾ ਸਕਦੇ ਹਾਂ। ਪ੍ਰਾਚੀਨ ਕਹਾਣੀਆਂ ਵਿੱਚ ਇੱਕ ਸਪਿੰਕਸ ਨਾਮ ਦੀ ਡਾਇਨ ਸੀ। ਸਪਿੰਕਸ ਰਾਹਗੀਰਾਂ ਨੂੰ ਬੁਝਾਰਤਾਂ ਦਿੰਦੀ ਸੀ ਅਤੇ ਜੋ ਕੋਈ ਉਸ ਦੀ ਬੁਝਾਰਤ ਸੁਲਝਾ ਨਹੀਂ ਸਕਦਾ ਸੀ ਉਹ ਉਸ ਨੂੰ ਖਾ ਜਾਂਦੀ ਸੀ। ਇੱਕ ਦਿਨ ਈਡੀਪਸ ਨਾਮ ਦੇ ਇੱਕ ਨੌਜਵਾਨ ਨੇ ਉਸ ਦੀਆਂ ਬੁਝਾਰਤਾਂ ਨੂੰ ਸੁਲਝਾਉਣ ਦੀ ਚੁਣੌਤੀ ਲਈ। ਸਪਿੰਕਸ ਨੇ ਉਸ ਨੂੰ 3 ਬੁਝਾਰਤਾਂ ਪਾਈਆਂ। ਪਹਿਲੀ ਬੁਝਾਰਤ ਇਸ ਤਰ੍ਹਾਂ ਦੀ ਸੀ, ਸਵੇਰ ਵੇਲੇ ਦੈਤ, ਦਿਨ ਨੂੰ ਬੋਣਾ ਅਤੇ ਸ਼ਾਮ ਨੂੰ ਇੱਕ ਦੈਤ ਕੀ ਹੈ। ਆਮ ਤੌਰ ਤੇ ਜਦੋਂ ਲੋਕਾਂ ਨੂੰ ਇਹ ਸਵਾਲ ਅਚਾਨਕ ਪੁੱਛਿਆ ਜਾਂਦਾ ਸੀ ਤਾਂ ਉਹ ਜਵਾਬ ਨਹੀਂ ਦੇ ਸਕਦੇ ਸੀ, ਪਰ ਈਡੀਪਸ ਨਾਮਕ ਉਸ ਜਵਾਨ ਨੇ ਝਟ ਜਵਾਬ ਦਿੱਤਾ। ਉਸ ਨੇ ਕਿਹਾ ਉਹ ਪਰਛਾਵਾਂ ਹੈ। ਸਪਿੰਕਸ ਬਹੁਤ ਪਰੇਸ਼ਾਨ ਹੋ ਗਈ ਕਿਉਂਕਿ ਬੁਝਾਰਤ ਦਾ ਠੀਕ ਜਵਾਬ ਦਿੱਤਾ ਗਿਆ। ਉਦੋਂ ਤੱਕ ਉਸ ਦੇ ਸਵਾਲਾਂ ਦਾ ਜਵਾਬ ਦੇਣ ਵਾਲਾ ਕੋਈ ਨਹੀਂ ਸੀ। ਉਸ ਨੇ ਦੂਸਰਾ ਸਵਾਲ ਪੁੱਛਿਆ। 2 ਭੈਣਾਂ ਹਨ, ਇੱਕ ਦੂਸਰੀ ਭੈਣ ਨੂੰ ਜਨਮ ਦਿੰਦੀ ਹੈ ਅਤੇ ਦੂਸਰੀ ਭੈਣ ਬਦਲੇ ਵਿੱਚ ਪਹਿਲੀ ਵਾਲੀ ਨੂੰ ਜਨਮ ਦਿੰਦੀ ਹੈ। ਉਹ 2 ਭੈਣਾਂ ਕੌਣ ਹਨ? ਕੀ ਇਹ ਮੂਰਖਤਾ ਦਾ ਸਵਾਲ ਨਹੀਂ? ਪਰ ਈਡੀਪਸ ਨੇ ਝਟ ਜਵਾਬ ਦਿੱਤਾ। ਜਵਾਬ ਰਾਤ ਅਤੇ ਦਿਨ ਹੈ। ਸਪਿੰਕਸ ਬਹੁਤ ਪਰੇਸ਼ਾਨ ਸੀ ਕਿਉਂਕਿ ਉਹ ਸਾਰੇ ਸਵਾਲਾਂ ਦਾ ਜਵਾਬ ਦੇ ਰਿਹਾ ਸੀ। ਇਸ ਲਈ ਉਸਨੇ ਉਸ ਤੋਂ ਆਖਰੀ ਸਵਾਲ ਪੁੱਛਿਆ, ਉਹ ਕੀ ਹੈ ਜੋ ਸਵੇਰ ਨੂੰ 4 ਪੈਰਾਂ ਉੱਤੇ, ਦੁਪਹਿਰ ਨੂੰ 2 ਪੈਰਾਂ ਉੱਤੇ ਅਤੇ ਸ਼ਾਮ ਨੂੰ 3 ਪੈਰਾਂ ਉੱਤੇ ਚੱਲਦਾ ਹੈ? ਤੁਹਾਡੇ ਵਿੱਚੋਂ ਬਹੁਤ ਲੋਕ ਇਹ ਬੁਝਾਰਤ ਜਾਣਦੇ ਹਨ। ਜਵਾਬ ਆਦਮੀ ਮਨੁੱਖ ਹੈ। ਜੇਕਰ ਇਹ ਇਸ ਯੁੱਗ ਵਿੱਚ ਪੁੱਛਿਆ ਜਾਵੇ ਤਾਂ ਇਸ ਦਾ ਕੋਈ ਮਤਲਬ ਨਹੀਂ ਹੋਵੇਗਾ ਕਿਉਂਕਿ ਚੀਜ਼ਾਂ ਹੁਣ ਬਦਲ ਗਈਆਂ ਹਨ, ਪਰ ਜਵਾਬ ਮਨੁੱਖ ਹੈ। ਕਿਸੇ ਬਾਲਕ ਦਾ ਘਸੀਟਦੇ ਹੋਏ ਚੱਲਣਾ ਸਵੇਰ ਨੂੰ 4 ਪੈਰਾਂ ਤੇ ਚੱਲਣ ਵਾਂਗ ਹੈ। ਕੋਈ ਵਿਅਕਤੀ ਦੁਪਹਿਰ ਨੂੰ 2 ਪੈਰਾਂ ਤੇ ਉਦੋਂ ਚੱਲਦਾ ਹੈ ਜਦੋਂ ਉਹ ਆਪਣੇ ਜਵਾਨੀ ਵਿੱਚ ਊਰਜਾਵਾਨ ਹੁੰਦਾ ਹੈ, ਅਤੇ ਜਦੋਂ ਕੋਈ ਵਿਅਕਤੀ ਬੁੱਢਾ ਹੋ ਜਾਂਦਾ ਹੈ ਤਾਂ ਉਹ ਸੋਟੀ ਲੈ ਕੇ ਚੱਲਦਾ ਹੈ। ਇਸ ਲਈ ਸਪਿੰਕਸ ਨੇ ਕਿਹਾ ਸ਼ਾਮ ਨੂੰ 3 ਪੈਰਾਂ ਤੇ। ਜਦੋਂ ਈਡੀਪਸ ਨੇ ਇਸ ਦਾ ਵੀ ਜਵਾਬ ਦਿੱਤਾ ਤਾਂ ਉਹ ਇਹ ਕਹਿੰਦੇ ਹੋਏ ਬਹੁਤ ਦੁਖੀ ਹੋ ਗਈ, ਕਿਸੇ ਮਨੁੱਖ ਨੂੰ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਅਸੰਭਵ ਹੈ, ਅਤੇ ਉਹ ਪਾਣੀ ਵਿੱਚ ਡੁੱਬ ਕੇ ਮਰ ਗਈ। ਇਹ ਮਿਥਿਹਾਸਕ ਕਹਾਣੀ ਹੈ। ਇਹ ਬੁਝਾਰਤ ਵਾਲੀ ਕਹਾਣੀ ਹੈ। ਬਾਈਬਲ ਵਿੱਚ ਅਜਿਹੀਆਂ ਸਿੱਖਿਆਵਾਂ ਹਨ ਜੋ ਬੁਝਾਰਤਾਂ ਵਰਗੀਆਂ ਹਨ, ਪਰ ਕਿਉਂਕਿ ਉਹ ਪੱਕੇ ਤਰੀਕੇ ਨਾਲ ਸਾਡੀ ਮੁਕਤੀ ਅਤੇ ਪਾਪਾਂ ਦੀ ਮਾਫੀ ਨਾਲ ਸੰਬੰਧਿਤ ਹਨ, ਇਸ ਲਈ ਸਾਨੂੰ ਇਹਨਾਂ ਨੂੰ ਸੁਲਝਾਉਣਾ ਚਾਹੀਦਾ ਹੈ। ਅੱਜ ਅਸੀਂ ਜੋ ਬੁਝਾਰਤ ਸੁਲਝਾਉਣ ਵਾਲੇ ਹਾਂ ਉਹ ਇੱਕ ਵੱਡੀ ਬੁਝਾਰਤ ਹੈ। ਦੂਸਰਾ ਥੈਸਲੁਨੀਕੀਓ ਅਧਿਆਇ 1 ਵਚਨ 7 ਦੇ ਅਨੁਸਾਰ ਜਦੋਂ ਪਰਮੇਸ਼ਵਰ ਅੰਤਿਮ ਦਿਨ ਭੜਕਦੀ ਅੱਗ ਵਿੱਚ ਆਕਾਸ਼ੋਂ ਪ੍ਰਗਟ ਹੋਣਗੇ ਅਤੇ ਜਿਹੜੇ ਪਰਮੇਸ਼ਵਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੂ ਯੀਸ਼ੂ ਦੀ ਅੰਜੀਲ ਨੂੰ ਨਹੀਂ ਮੰਨਦੇ ਉਹਨਾਂ ਨਾਲ ਕੀ ਕਰਨਗੇ? ਪਰਮੇਸ਼ਵਰ ਨੂੰ ਨਾ ਜਾਣਨ ਵਾਲੇ ਉਹ ਹਨ ਜਿਨ੍ਹਾਂ ਨੂੰ ਮਨੁੱਖ ਜਾਤੀ ਦੀ ਮੁਕਤੀ ਲਈ ਪਰਮੇਸ਼ਵਰ ਦੀ ਦਿੱਤੀ ਹੋਈ ਬੁਝਾਰਤ ਦਾ ਜਵਾਬ ਨਹੀਂ ਮਿਲਿਆ ਹੈ ਨਾ? ਬਾਈਬਲ ਕਹਿੰਦੀ ਹੈ ਪਰਮੇਸ਼ਵਰ ਉਹਨਾਂ ਤੋਂ ਜਿਨ੍ਹਾਂ ਨੂੰ ਜਵਾਬ ਨਹੀਂ ਮਿਲਿਆ ਹੈ ਬਦਲਾ ਲੈਣਗੇ, ਕਿਉਂ ਜੋ ਪਰਮੇਸ਼ਵਰ ਨੂੰ ਨਹੀਂ ਜਾਣਦੇ ਉਹਨਾਂ ਨਾਲ ਇਹ ਹੋ ਰਿਹਾ ਹੈ। ਇਸ ਲਈ ਸਾਨੂੰ ਪਰਮੇਸ਼ਵਰ ਨੂੰ ਜਾਣਨਾ ਚਾਹੀਦਾ ਹੈ ਨਾ? ਹੋਸ਼ਿਆ ਅਧਿਆਇ 6 ਵਿੱਚ ਹੋਸ਼ੇ ਨਬੀ ਨੇ ਲਿਖਿਆ ਕਿ ਪਰਮੇਸ਼ਵਰ ਨੂੰ ਜਾਣਨ ਲਈ ਪਿੱਛੇ ਲੱਗੀਏ, ਪਰ ਜੇਕਰ ਸਾਡੇ ਵਿੱਚ ਬੁੱਧੀ, ਗਿਆਨ ਅਤੇ ਵਿਸ਼ਵਾਸ ਨਾ ਹੋਵੇ ਤਾਂ ਕੀ ਅਸੀਂ ਪਰਮੇਸ਼ਵਰ ਨੂੰ ਜਾਣ ਸਕਦੇ ਹਾਂ? ਕਹਾਵਤਾਂ ਅਧਿਆਇ 9 ਕੀ ਕਹਿੰਦੀ ਹੈ ਕਿ ਪਰਮੇਸ਼ਵਰ ਨੂੰ ਜਾਣਨਾ ਹੀ ਕੀ ਹੈ?
ਇਹ ਬੁੱਧ ਦਾ ਮੁੱਢ ਹੈ। ਇਸ ਦਾ ਮਤਲਬ ਹੈ ਕਿ ਜਦੋਂ ਅਸੀਂ ਪਰਮੇਸ਼ਵਰ ਨੂੰ ਜਾਣਦੇ ਹਾਂ ਤਾਂ ਸਾਰੇ ਸਵਾਲ ਸੁਲਝਾਏ ਜਾ ਸਕਦੇ ਹਨ। ਈਡੀਪਸ ਨਾਮਕ ਉਸ ਜਵਾਨ ਨੂੰ ਦੁਨੀਆ ਦੇ ਸਿਧਾਂਤਾਂ ਦੀ ਕੁਝ ਸਮਝ ਸੀ, ਇਸ ਲਈ ਉਹ ਸੰਸਾਰ ਦੇ ਨਜ਼ਰੀਏ ਨਾਲ ਵੀ ਉਹਨਾਂ ਸਾਰੀਆਂ ਬੁਝਾਰਤਾਂ ਨੂੰ ਸੁਲਝਾਉਣ ਵਿੱਚ ਸਮਰਥੀ ਹੋਇਆ। ਇਸ ਤਰ੍ਹਾਂ ਸਾਡੀਆਂ ਆਤਮਾਵਾਂ ਦੀ ਮੁਕਤੀ, ਪਾਪਾਂ ਦੀ ਮਾਫੀ ਅਤੇ ਸਵਰਗ ਦੀ ਬੁਝਾਰਤਾਂ ਨੂੰ ਸੁਲਝਾਉਣ ਲਈ ਸਾਨੂੰ ਆਪਣੇ ਅੰਦਰ ਕਿਸ ਨੂੰ ਰੱਖਣਾ ਚਾਹੀਦਾ ਹੈ? ਖਾਸ ਤੌਰ ਤੇ ਜਦੋਂ ਤੱਕ ਸਾਡੇ ਵਿੱਚੋਂ ਪਰਮੇਸ਼ਵਰ ਦੀ ਸਮਝ ਅਤੇ ਗਿਆਨ ਨਾ ਹੋਵੇ, ਉਦੋਂ ਤੱਕ ਬਾਈਬਲ ਦੀਆਂ ਸਾਰੀਆਂ ਬੁਝਾਰਤਾਂ ਨੂੰ ਸੁਲਝਾਉਣਾ ਬਹੁਤ ਮੁਸ਼ਕਿਲ ਹੋਵੇਗਾ। ਮੱਤੀ ਅਧਿਆਇ 13 ਵਿੱਚ ਯੀਸ਼ੂ ਨੇ ਕਿਹਾ ਕਿ ਬਾਈਬਲ ਵਿੱਚ ਸਾਰੀਆਂ ਗੱਲਾਂ ਦ੍ਰਿਸ਼ਟਾਂਤ ਹਨ। ਸਾਨੂੰ ਉਹਨਾਂ ਦ੍ਰਿਸ਼ਟਾਂਤਾਂ ਦੇ ਨਾਲ ਕੀ ਕਰਨਾ ਚਾਹੀਦਾ ਹੈ? ਸਾਨੂੰ ਉਹਨਾਂ ਨੂੰ ਸੁਲਝਾਉਣਾ ਚਾਹੀਦਾ ਹੈ ਕਿ ਉਹ ਅਜਿਹੀਆਂ ਬੁਝਾਰਤਾਂ ਹਨ ਜਿਨ੍ਹਾਂ ਨੂੰ ਲੋਕ ਸੁਲਝਾ ਸਕਦੇ ਹਨ। ਬਾਈਬਲ ਦੀਆਂ 66 ਕਿਤਾਬਾਂ ਦੀਆਂ ਬੁਝਾਰਤਾਂ ਕੋਈ ਵੀ ਸੁਲਝਾ ਨਹੀਂ ਸਕੇਗਾ। ਇਹਨਾਂ ਬੁਝਾਰਤਾਂ ਨੂੰ ਸੁਲਝਾਉਣ ਲਈ ਕੌਣ ਆ ਰਿਹਾ ਹੈ? ਬਾਈਬਲ ਕਹਿੰਦੀ ਹੈ ਕਿ ਸਾਰੀਆਂ ਗੱਲਾਂ ਸਾਨੂੰ ਉਦੋਂ ਪਤਾ ਲੱਗਣਗੀਆਂ ਪ੍ਰਭੂ ਆਉਣਗੇ, ਅਤੇ ਇਹ ਕਿ ਉਹ ਸਾਨੂੰ ਸਿਖਾ ਕੇ ਸਮਝ ਦੇਣਗੇ। ਮੀਕਾ ਅਧਿਆਇ 4 ਅਤੇ 2 ਦੀਆਂ ਭਵਿੱਖਬਾਣੀਆਂ ਦੇ ਅਨੁਸਾਰ ਅੰਤ ਦੇ ਦਿਨਾਂ ਵਿੱਚ ਕੌਣ ਆ ਰਿਹਾ ਹੈ? ਪਰਮੇਸ਼ਵਰ ਆਉਣਗੇ। ਉਹ ਸਿਯੋਨ ਵਿੱਚ ਵਿਖਾਈ ਦੇਣਗੇ, ਸਾਨੂੰ ਵਿਵਸਥਾ ਦੇਣਗੇ ਅਤੇ ਕੀ ਕਰਨਗੇ? ਉਹ ਸਾਨੂੰ ਉਹ ਸਾਰੇ ਭੇਤ ਸਿਖਾਉਣਗੇ ਜੋ ਗੁਪਤ ਹਨ। ਜੇਕਰ ਤੁਹਾਨੂੰ ਇਹ ਸਵਾਲ ਪੁੱਛਿਆ ਜਾਵੇ, 2 ਭੈਣਾਂ ਹਨ, ਇੱਕ ਦੂਸਰੀ ਭੈਣ ਨੂੰ ਜਨਮ ਦਿੰਦੀ ਹੈ ਅਤੇ ਦੂਸਰੀ ਭੈਣ ਬਦਲੇ ਵਿੱਚ ਪਹਿਲੀ ਵਾਲੀ ਨੂੰ ਜਨਮ ਦਿੰਦੀ ਹੈ, ਉਹ 2 ਭੈਣਾਂ ਕੌਣ ਹਨ? ਤੁਹਾਡੇ ਮਨ ਵਿੱਚ ਕਿਸ ਤਰ੍ਹਾਂ ਦਾ ਜਵਾਬ ਆਉਂਦਾ ਹੈ? ਉਸੇ ਤਰ੍ਹਾਂ ਮੱਤੀ ਅਧਿਆਇ 13 ਵਿੱਚ ਪਰਮੇਸ਼ਵਰ ਨੇ ਕਿਹਾ ਕਿ ਮੈਂ ਜਗਤ ਦੀ ਉਤਪਤ ਤੋਂ ਗੁਪਤ ਰਹੀਆਂ ਗੱਲਾਂ ਨੂੰ ਪ੍ਰਗਟ ਕਰਾਂਗਾ, ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਬਾਈਬਲ ਵਿੱਚ ਸਾਰੀਆਂ ਗੱਲਾਂ ਦ੍ਰਿਸ਼ਟਾਂਤ ਹਨ, ਕਿਉਂਕਿ ਉਤਪਤ ਨਾਲ ਪ੍ਰਕਾਸ਼ ਦੀ ਪੋਥੀ ਤੱਕ ਬੁਝਾਰਤਾਂ ਵਰਗੀਆਂ ਗੱਲਾਂ ਹਨ। ਇਸ ਲਈ ਪਰਮੇਸ਼ਵਰ ਦੀ ਸੱਚੀ ਮਰਜ਼ੀ ਕੌਣ ਪ੍ਰਗਟ ਕਰ ਸਕੇਗਾ? ਸਿਰਫ ਪਰਮੇਸ਼ਵਰ ਹੀ ਇਸ ਨੂੰ ਪ੍ਰਗਟ ਕਰ ਸਕਦੇ ਹਨ। ਇਸ ਦੇ ਲਈ ਉਹ ਇਸ ਧਰਤੀ ਉੱਤੇ ਆਉਂਦੇ ਹਨ। ਫਿਰ ਜੇਕਰ ਅਸੀਂ ਸਵਰਗ ਦੀ ਆਸ ਰੱਖਦੇ ਹਾਂ ਅਤੇ ਮੁਕਤੀ ਅਤੇ ਸਦੀਪਕ ਜੀਵਨ ਚਾਹੁੰਦੇ ਹਾਂ, ਤਾਂ ਸਾਨੂੰ ਕਿਸ ਨੂੰ ਲੱਭਣਾ ਚਾਹੀਦਾ ਹੈ? ਸਾਨੂੰ ਬੁੱਧੀ ਅਤੇ ਗਿਆਨ ਦੇ ਸੋਤੇ ਅਰਥਾਤ ਪਰਮੇਸ਼ਵਰ ਨੂੰ ਲੱਭਣਾ ਚਾਹੀਦਾ ਹੈ। ਇਸ ਲਈ ਕਹੋਤਾ ਦੀ ਕਿਤਾਬ ਕਹਿੰਦੀ ਹੈ, ਜੋ ਪਰਮੇਸ਼ਵਰ ਨੂੰ ਮਿਲਦਾ ਹੈ ਜ਼ਿਆਦਾ ਬੁੱਧੀਮਾਨ ਹੋਵੇਗਾ ਅਤੇ ਉਹ ਆਪਣੇ ਗਿਆਨ ਨੂੰ ਵਧਾਵੇਗਾ। ਯਹੋਵਾ ਦਾ ਭੈ ਬੁੱਧ ਦਾ ਮੁੱਢ ਹੈ ਅਤੇ ਪਵਿੱਤਰ ਪੁਰਖ ਦਾ ਗਿਆਨ ਹੀ ਸਮਝ ਹੈ। ਕੁਲੂਸੀਓ ਅਧਿਆਇ 1 ਅਤੇ 2 ਵਿੱਚ ਕੀ ਇਹ ਨਹੀਂ ਲਿਖਿਆ ਕਿ ਮਸੀਹ ਭੇਤ ਹੈ? ਇਸ ਦਾ ਮਤਲਬ ਹੈ ਕਿ ਸਿਰਫ ਉਸ ਵੇਲੇ ਜਦੋਂ ਅਸੀਂ ਮਸੀਹ ਨੂੰ ਜਾਣਦੇ ਹਾਂ, ਫਿਰ ਅਸੀਂ ਬਾਈਬਲ ਨੂੰ ਬਣਾਉਣ ਵਾਲੇ ਦ੍ਰਿਸ਼ਟਾਂਤਾਂ ਦੇ ਦੁਆਰਾ ਸਾਰੇ ਜਵਾਬ ਪਾ ਸਕਦੇ ਹਾਂ। ਵੱਡੀਆਂ ਵੱਡੀਆਂ ਬੁਝਾਰਤਾਂ ਵਿੱਚੋਂ ਇੱਕ ਅਜਿਹੀ ਬੁਝਾਰਤ ਹੈ ਜੋ ਯੀਸ਼ੂ ਨੇ ਦਿੱਤੀ। ਆਓ ਅਸੀਂ ਇਹ ਜਾਣਨ ਲਈ ਕਿ ਉਹ ਬੁਝਾਰਤ ਕੀ ਹੈ। ਮੱਤੀ ਅਧਿਆਇ 16 ਵਚਨ 13 ਵੇਖੀਏ। ਯੀਸ਼ੂ ਨੇ ਕੈਸਰੀਆ ਫਿਲਿੱਪੀ ਦੇ ਇਲਾਕੇ ਵਿੱਚ ਆਣ ਕੇ ਆਪਣੇ ਚੇਲਿਆਂ ਨੂੰ ਇਹ ਕਹਿ ਕੇ ਪੁੱਛਿਆ, ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ? ਇਹ ਇੱਕ ਵੱਡੀ ਬੁਝਾਰਤ ਹੈ। ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ? ਵਚਨ 14, ਉਹ ਬੋਲੇ, ਕਈ ਤਾਂ ਯਹੂਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ, ਅਤੇ ਕਈ ਏਲੀਆ ਤੇ ਕਈ ਇਰਮੀਆ ਜਾਂ ਨਬੀਆਂ ਵਿੱਚੋਂ ਕੋਈ। ਕਿਉਂਕਿ ਚੇਲਿਆਂ ਨੇ ਯੀਸ਼ੂ ਨੂੰ ਉਹ ਕਿਹਾ ਜੋ ਦੁਨੀਆ ਦੇ ਲੋਕ ਉਹਨਾਂ ਦੇ ਬਾਰੇ ਕਹਿੰਦੇ ਹਨ। ਇਸ ਲਈ ਯੀਸ਼ੂ ਨੇ ਆਪਣੇ ਨੇੜਲੇ ਚੇਲਿਆਂ ਨੂੰ ਪੁੱਛਿਆ, ਫਿਰ ਤੁਸੀਂ ਮੈਨੂੰ ਕੀ ਕਹਿੰਦੇ ਹੋ? ਉਸਨੇ ਉਹਨਾਂ ਨੂੰ ਕਿਹਾ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ? ਸ਼ਮੌਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜਿਉਂਦੇ ਪਰਮੇਸ਼ਵਰ ਦਾ ਪੁੱਤਰ ਹੈ। ਇਹੀ ਸਹੀ ਜਵਾਬ ਹੈ। ਆਓ ਅਸੀਂ ਵਚਨ 17 ਵੇਖੀਏ। ਯੀਸ਼ੂ ਨੇ ਉਹਨੂੰ ਉੱਤਰ ਦਿੱਤਾ, ਧੰਨ ਹੈ ਤੂੰ ਸ਼ਮੌਨ ਬਰ ਓਨਾ, ਕਿਉਂ ਜੋ ਸ਼ਰੀਰ ਅਤੇ ਲਹੂ ਨੇ ਨਹੀਂ, ਸਗੋਂ ਮੇਰੇ ਪਿਤਾ ਨੇ ਜਿਹੜਾ ਸੁਰਗ ਵਿੱਚ ਹੈ ਇਹ ਗੱਲ ਤੇਰੇ ਉੱਤੇ ਪ੍ਰਗਟ ਕੀਤੀ।
ਅਤੇ ਮੈਂ ਵੀ ਤੈਨੂੰ ਆਖਦਾ ਹਾਂ, ਜੋ ਤੂੰ ਪਤਰਸ ਹੈ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੁਝ ਵਸ ਨਾ ਚੱਲੇਗਾ। ਮੈਂ ਸਵਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਸਵਰਗ ਵਿੱਚ ਬੰਨਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਤੇ ਖੋਲੇਗਾ ਸਵਰਗ ਵਿੱਚ ਖੋਲਿਆ ਜਾਵੇਗਾ। ਤਦ ਉਹਨੇ ਚੇਲਿਆਂ ਨੂੰ ਤਾਕੀਦ ਕੀਤੀ, ਭਾਈ ਕਿਸੇ ਨੂੰ ਨਾ ਦੱਸੋ ਜੋ ਮੈਂ ਮਸੀਹ ਹਾਂ। ਮਤੀ ਅਧਿਆਇ 16 ਵਿੱਚ ਯੀਸ਼ੂ ਨੇ ਬੁਝਾਰਤ ਦਿੱਤੀ, ਸੰਸਾਰ ਦੇ ਲੋਕ ਮੈਨੂੰ ਕੀ ਕਹਿੰਦੇ ਹਨ? ਤੁਸੀਂ ਮੈਨੂੰ ਕੀ ਕਹਿੰਦੇ ਹੋ? ਜਦੋਂ ਯੀਸ਼ੂ ਨੇ ਇਹ ਸਵਾਲ ਪੁੱਛਿਆ ਤਦ ਉਹਨਾਂ ਦੇ ਚੇਲਿਆਂ ਵਿੱਚੋਂ ਇੱਕ ਪਤਰਸ ਨੇ ਕਿਹਾ, ਤੂੰ ਮਸੀਹ ਜਿਉਂਦੇ ਪਰਮੇਸ਼ਵਰ ਦਾ ਪੁੱਤਰ ਹੈ। ਯੀਸ਼ੂ ਨੇ ਬਹੁਤ ਖੁਸ਼ ਹੋ ਕੇ ਕਿਹਾ, ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ ਸਗੋਂ ਮੇਰੇ ਪਿਤਾ ਨੇ ਜਿਹੜਾ ਸੁਰਗ ਵਿੱਚ ਹੈ ਤੈਨੂੰ ਗਿਆਨ ਦੇ ਕੇ ਤੇਰੀਆਂ ਆਤਮਿਕ ਅੱਖਾਂ ਖੋਲ ਦਿੱਤੀਆਂ ਹਨ ਅਤੇ ਇਹ ਗੱਲ ਤੇਰੇ ਉੱਤੇ ਪ੍ਰਗਟ ਕੀਤੀ, ਨਹੀਂ ਤਾਂ ਤੂੰ ਇਹ ਜਵਾਬ ਨਹੀਂ ਜਾਣ ਸਕਦਾ। ਹੁਣ ਮੈਂ ਸੁਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਸੁਰਗ ਵਿੱਚ ਬੰਨਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲੇਗਾ ਸੁਰਗ ਵਿੱਚ ਖੋਲਿਆ ਜਾਵੇਗਾ। ਇਹ ਉਹਨਾਂ ਸਾਰੀਆਂ ਪਹਿਲੀਆਂ ਵਿੱਚੋਂ ਇੱਕ ਹੈ ਜਿਸ ਨੂੰ ਯੀਸ਼ੂ ਅਤੇ ਚੇਲਿਆਂ ਨੇ 2000 ਸਾਲ ਪਹਿਲਾਂ ਵੰਡਿਆ ਸੀ। ਇੱਥੇ ਮਹੱਤਵਪੂਰਨ ਗੱਲ ਇਹ ਹੈ ਕਿ ਪਤਰਸ ਨੂੰ ਇਹ ਜਵਾਬ ਕਿਵੇਂ ਪਤਾ ਸੀ। ਆਓ ਅਸੀਂ ਯਹੂਨਾ ਅਧਿਆਇ 6 ਤੇ ਜਾ ਕੇ ਬਾਈਬਲ ਦੇ ਰਿਕਾਰਡਾਂ ਤੋਂ ਇਹ ਪਤਾ ਕਰੀਏ ਪਤਰਸ ਨੂੰ ਕਿਵੇਂ ਪਤਾ ਲੱਗਿਆ ਕਿ ਯੀਸ਼ੂ ਸਰੀਰ ਵਿੱਚ ਆਏ ਹੋਏ ਪਰਮੇਸ਼ਵਰ ਹਨ। ਆਓ ਅਸੀਂ ਯਹੂਨਾ ਅਧਿਆਇ 6 ਵਚਨ 66 ਵੇਖੀਏ। ਇਸ ਗੱਲ ਤੋਂ ਉਹਦੇ ਚੇਲਿਆਂ ਵਿੱਚੋਂ ਬਹੁਤੇ ਪਿਛਾਂਹ ਨੂੰ ਫਿਰ ਗਏ ਅਤੇ ਮੁੜ ਉਹਦੇ ਨਾਲ ਨਾ ਚੱਲੇ। ਉਪਰੰਤ ਯੀਸ਼ੂ ਨੇ ਉਹਨਾਂ 12 ਨੂੰ ਆਖਿਆ ਕਿ ਤੁਸੀਂ ਵੀ ਜਾਣਾ ਚਾਹੁੰਦੇ ਹੋ? ਸ਼ਮੌਨ ਪਤਰਸ ਨੇ ਉਹਨੂੰ ਉੱਤਰ ਦਿੱਤਾ, ਪ੍ਰਭੂ ਜੀ ਅਸੀਂ ਕਿਹਦੇ ਕੋਲ ਜਾਈਏ? ਸਦੀਪਕ ਜਿਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ ਔਰ ਅਸਾਂ ਤਾਂ ਨਿਸ਼ਚੈ ਕੀਤੀ ਅਤੇ ਜਾਣਿਆ ਹੈ ਕਿ ਤੂੰ ਪਰਮੇਸ਼ਵਰ ਦਾ ਪਵਿੱਤਰ ਪੁਰਖ ਹੈ। ਪਤਰਸ ਲਈ ਯੀਸ਼ੂ ਨੂੰ ਸਮਝਣ ਲਈ ਸਭ ਤੋਂ ਮਹੱਤਵਪੂਰਨ ਭਾਗ ਇਹ ਸੀ ਕਿ ਯੀਸ਼ੂ ਕੋਲ ਸਦੀਪਕ ਜੀਵਨ ਦੇ ਵਚਨ ਹਨ। ਫਿਰ ਆਓ ਅਸੀਂ ਵੇਖੀਏ ਕਿ ਯੀਸ਼ੂ ਦੀ ਕਿਸ ਸਿੱਖਿਆ ਨੇ ਪਤਰਸ ਨੂੰ ਇਹ ਸਮਝਣ ਦਿੱਤਾ ਕਿ ਯੀਸ਼ੂ ਕੋਲ ਸਦੀਪਕ ਜੀਵਨ ਦੇ ਵਚਨ ਹਨ। ਆਓ ਅਸੀਂ ਯਹੂਨਾ ਅਧਿਆਇ 6 ਵਚਨ 53 ਉੱਤੇ ਜਾਈਏ। ਤਦ ਯੀਸ਼ੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਂਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜਿਉਣ ਨਹੀਂ ਹੈ। ਜੋ ਕੋਈ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜਿਉਣ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ, ਕਿਉਂਕਿ ਮੇਰਾ ਮਾਂਸ ਸੱਚਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ। ਜੋ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸੋ ਮੇਰੇ ਵਿੱਚ ਰਹਿੰਦਾ ਹੈ ਔਰ ਮੈਂ ਉਸ ਵਿੱਚ। ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜਿਉਂਦਾ ਹਾਂ, ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਹੈ ਸੋ ਮੇਰੇ ਕਾਰਨ ਜੀਵੇਗਾ। ਜੋ ਰੋਟੀ ਸੁਰਗੋਂ ਉਤਰੀ ਸੋ ਇਹੋ ਹੈ, ਜਿਵੇਂ ਵੱਡਿਆਂ ਨੇ ਖਾਧੀ ਅਤੇ ਮਰ ਗਏ ਸੋ ਨਹੀਂ, ਪਰ ਜਿਹੜਾ ਇਹ ਰੋਟੀ ਖਾਂਦਾ ਹੈ ਉਹ ਸਦਾ ਜਿਉਂਦਾ ਰਹੇਗਾ। ਪਤਰਸ ਨੇ ਇਹ ਸਿੱਖਿਆ ਹਮੇਸ਼ਾ ਯਾਦ ਕੀਤੀ, ਸਦੀਪਕ ਜਿਉਣ ਦੇ ਵਚਨ ਤਾਂ ਤੇਰੇ ਹੀ ਕੋਲ ਹਨ। ਸਦਾ ਲਈ ਸਿਰਫ ਕੌਣ ਜੀ ਸਕਦਾ ਹੈ? ਸਿਰਫ ਪਰਮੇਸ਼ਵਰ। ਯੀਸ਼ੂ ਸਦੀਪਕ ਜੀਵਨ ਦਾ ਰਾਹ ਪੂਰੀ ਤਰ੍ਹਾਂ ਜਾਣਦੇ ਸੀ ਅਤੇ ਇਸ ਲਈ ਉਹਨਾਂ ਨੇ ਆਪਣੇ ਚੇਲਿਆਂ ਨੂੰ ਹਮੇਸ਼ਾ ਇਹ ਰਾਹ ਸਿਖਾਇਆ। ਇਸ ਲਈ ਹਰ ਕਿਸੇ ਦੇ ਯੀਸ਼ੂ ਨੂੰ ਛੱਡ ਕੇ ਚਲੇ ਜਾਣ ਤੇ ਵੀ ਪਤਰਸ ਨੇ ਯੀਸ਼ੂ ਨਾਲ ਅੰਤ ਤੱਕ ਰਹਿ ਕੇ ਕਿਹਾ, ਪ੍ਰਭੂ ਜੀ ਅਸੀਂ ਕਿਹਦੇ ਕੋਲ ਜਾਈਏ? ਸਦੀਪਕ ਜਿਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ। ਸਿਰਫ ਪਰਮੇਸ਼ਵਰ ਜੋ ਸਦਾ ਲਈ ਜਿਉਂਦੇ ਹਨ ਉਹ ਰਾਹ ਜਾਣਦੇ ਹਨ ਅਤੇ ਤੂੰ ਹੀ ਇਸ ਨੂੰ ਜਾਣਨ ਵਾਲਾ ਹੈ ਨਾ? ਇਸ ਲਈ ਤੂੰ ਪਰਮੇਸ਼ਵਰ ਹੈ, ਤੂੰ ਮਸੀਹ ਹੈ ਜੋ ਸਾਨੂੰ ਮੁਕਤੀ ਦੇਣ ਲਈ ਇਸ ਧਰਤੀ ਉੱਤੇ ਆਇਆ ਹੈ। ਤੂੰ ਉਹ ਮਸੀਹ ਹੈ ਜਿਸ ਦੀ ਅਸੀਂ ਉਡੀਕ ਕਰਦੇ ਆ ਰਹੇ ਹਾਂ, ਹੈ ਨਾ? ਅਸੀਂ ਕਿਸ ਦੇ ਕੋਲ ਜਾਈਏ? ਕਿਉਂਕਿ ਪਤਰਸ ਨੂੰ ਸਦੀਪਕ ਜੀਵਨ ਦੇ ਬਾਰੇ ਡੂੰਘੀ ਸਮਝ ਸੀ ਕਿ ਸਿਰਫ ਪਰਮੇਸ਼ਵਰ ਸਦਾ ਲਈ ਜੀ ਸਕਦੇ ਹਨ। ਇਸ ਲਈ ਯੀਸ਼ੂ ਦੇ ਸਰੀਰ ਵਿੱਚ ਆਉਣ ਤੇ ਵੀ ਉਸਨੇ ਯੀਸ਼ੂ ਨੂੰ ਸਹੀ ਤਰ੍ਹਾਂ ਪਹਿਚਾਣਿਆ ਅਤੇ ਝੱਟ ਉਸ ਵੱਡੀ ਪਹਿਲੀ ਦਾ ਜਵਾਬ ਦਿੱਤਾ ਜੋ ਯੀਸ਼ੂ ਨੇ 2000 ਸਾਲ ਪਹਿਲਾਂ ਦਿੱਤੀ ਸੀ। ਫਿਰ ਕੀ ਇਹ ਭਵਿੱਖਬਾਣੀ ਨਹੀਂ ਕੀਤੀ ਗਈ ਕਿ ਪਰਮੇਸ਼ਵਰ ਪਵਿੱਤਰ ਆਤਮਾ ਦੇ ਅੰਤਮ ਯੁੱਗ ਵਿੱਚ ਦੁਬਾਰਾ ਆਉਣਗੇ?
ਆਓ ਅਸੀਂ ਇਬਰਾਨੀਆਂ ਅਧਿਆਇ 9 ਵਚਨ 27 ਵੇਖੀਏ। ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹਦੇ ਪਿੱਛੋਂ ਨਿਆਂ ਹੁੰਦਾ ਹੈ, ਤਿਵੇਂ ਮਸੀਹ ਵੀ ਬਾਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜਾਇਆ ਗਿਆ ਅਤੇ ਉਹਨਾਂ ਉੱਤੇ ਜਿਹੜੇ ਉਹਨੂੰ ਉਡੀਕਦੇ ਹਨ ਪਾਪ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਦੂਈ ਵਾਰ ਪ੍ਰਗਟ ਹੋਵੇਗਾ। ਉਹ ਦੂਸਰੀ ਵਾਰ ਦਿਖਾਈ ਦੇਵੇਗਾ। ਇਸ ਦਾ ਮਤਲਬ ਕੀ ਹੈ? ਇਸ ਦਾ ਮਤਲਬ ਕੀ ਹੈ? ਉਹ ਸਰੀਰ ਵਿੱਚ ਆਉਣਗੇ ਜਾਂ ਫਿਰ ਆਤਮਾ ਵਿੱਚ? ਪਰਮੇਸ਼ਵਰ ਆਤਮਾ ਵਿੱਚ ਹਮੇਸ਼ਾ ਸਾਡੇ ਨਾਲ ਹਨ। ਇਸ ਲਈ ਪਹਿਲੀ ਵਾਰ ਅਤੇ ਦੂਜੀ ਵਾਰ ਇਹ ਲਫ਼ਜ਼ ਦਰਸਾਉਂਦੇ ਹਨ ਕਿ ਉਹ ਸਰੀਰ ਪਾਉਣਗੇ। ਇਸ ਲਈ ਪਰਮੇਸ਼ਵਰ ਨੇ ਦੂਸਰੀ ਵਾਰ ਇਸ ਲਫ਼ਜ਼ ਦਾ ਉਪਯੋਗ ਕੀਤਾ ਹੈ ਨਾ। ਫਿਰ ਮਸੀਹ ਦੇ ਦੂਸਰੀ ਵਾਰ ਆਉਣ ਤੇ ਸਾਨੂੰ ਉਹਨਾਂ ਨੂੰ ਪੱਕਾ ਪਹਿਚਾਨਣਾ ਚਾਹੀਦਾ ਹੈ। ਜਿਵੇਂ ਪਤਰਸ ਨੇ ਯੀਸ਼ੂ ਨੂੰ ਪਹਿਚਾਨ ਲਿਆ, ਉਸੇ ਤਰ੍ਹਾਂ ਸਾਡੇ ਕੋਲ ਮਸੀਹ ਨੂੰ ਪਹਿਚਾਨਣ ਲਈ ਅਧਿਆਤਮਿਕ ਅੱਖਾਂ ਹੋਣੀਆਂ ਚਾਹੀਦੀਆਂ ਹਨ, ਜੋ ਸਦੀਪਕ ਜੀਵਨ ਦੀ ਸਿੱਖਿਆ ਦੁਬਾਰਾ ਧਰਤੀ ਉੱਤੇ ਸਾਡੇ ਲਈ ਸਰੀਰ ਵਿੱਚ ਆਏ। ਬਾਈਬਲ ਦੀਆਂ 66 ਕਿਤਾਬਾਂ ਵਿੱਚ ਸਦੀਪਕ ਜੀਵਨ ਸਭ ਤੋਂ ਪਹਿਲੀ ਵਾਰ ਕਿੱਥੇ ਵਿਖਾਈ ਦਿੱਤਾ ਹੈ? ਸਦੀਪਕ ਜੀਵਨ ਦਾ ਜ਼ਿਕਰ ਉਤਪਤ ਵਿੱਚ ਅਦਨ ਦੇ ਬਾਗ ਵਿੱਚ ਹੋਇਆ ਹੈ ਨਾ। ਆਓ ਅਸੀਂ ਉਤਪਤ ਅਧਿਆਇ 2 ਵੇਖੀਏ। ਆਓ ਅਸੀਂ ਅਧਿਆਇ 2 ਵਚਨ 9 ਵੇਖੀਏ। ਅਤੇ ਯਹੋਵਾ ਪਰਮੇਸ਼ਵਰ ਨੇ ਜ਼ਮੀਨ ਤੋਂ ਹਰ ਬਿਰਛ ਜਿਹੜਾ ਵੇਖਣ ਵਿੱਚ ਸੁੰਦਰ ਸੀ ਅਰ ਖਾਣ ਵਿੱਚ ਚੰਗਾ ਸੀ ਅਤੇ ਬਾਗ ਵਿਚਕਾਰ ਜੀਵਨ ਦਾ ਬਿਰਛ ਤੇ ਭਲੇ ਬੁਰੇ ਦੀ ਸਿਆਣ ਦਾ ਬਿਰਛ ਵੀ ਉਗਾਇਆ। ਇੱਥੇ ਪਰਮੇਸ਼ਵਰ ਨੇ ਅਦਨ ਦੇ ਬਾਗ ਵਿੱਚ ਹਰ ਤਰ੍ਹਾਂ ਦੇ ਰੁੱਖ ਬਣਾਏ ਅਤੇ ਅਦਨ ਦੇ ਬਾਗ ਦੇ ਵਿਚਕਾਰ ਕਿਹੜੇ ਰੁੱਖ ਰੱਖੇ? ਪਰਮੇਸ਼ਵਰ ਨੇ ਅਦਨ ਦੇ ਬਾਗ ਵਿਚਕਾਰ ਜੀਵਨ ਦਾ ਬਿਰਛ ਅਤੇ ਭਲੇ ਅਤੇ ਬੁਰੇ ਦੀ ਸਿਆਣ ਦਾ ਬਿਰਛ ਰੱਖਿਆ। ਆਓ ਅਸੀਂ ਅਧਿਆਇ 2 ਵਚਨ 17 ਵਿੱਚ ਵੇਖੀਏ ਕਿ ਉਹਨਾਂ ਦੀਆਂ ਕੀ ਵਿਸ਼ੇਸ਼ਤਾਵਾਂ ਹਨ। ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈ, ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਕੀ ਹੋਵੇਗਾ? ਜ਼ਰੂਰ ਮਰੇਗਾ। ਪਰ ਅਧਿਆਇ 3 ਵਿੱਚ ਤੁਸੀਂ ਵੇਖ ਸਕਦੇ ਹੋ ਕਿ ਆਦਮ ਅਤੇ ਹਵਾ ਨੇ ਸਭ ਤੋਂ ਭਰਮਾਏ ਜਾ ਕੇ ਮਨਾ ਕੀਤਾ ਹੋਇਆ ਫਲ ਖਾਧਾ ਅਤੇ ਮਨੁੱਖ ਜਾਤੀ ਉੱਤੇ ਮੌਤ ਆਈ। ਫਿਰ ਮਨਾ ਕੀਤਾ ਫਲ ਖਾਣ ਕਰਕੇ ਮਰਨ ਵਾਲੀ ਮਨੁੱਖ ਜਾਤੀ ਲਈ ਦੁਬਾਰਾ ਜਿਉਣ ਦਾ ਕੋਈ ਰਾਹ ਨਹੀਂ ਹੈ। ਕੀ ਕੋਈ ਰਾਹ ਹੈ? ਇਹ ਕੁਝ ਇਸ ਤਰ੍ਹਾਂ ਹੈ ਜਿਸ ਦੇ ਬਾਰੇ ਮਨੁੱਖ ਜਾਤੀ ਸੋਚ ਰਹੀ ਹੈ ਅਤੇ ਜਾਣਨ ਲਈ ਤਰਸ ਰਹੀ ਹੈ। ਸ਼ੁਕਰ ਹੈ ਅਦਨ ਦੇ ਬਾਗ ਵਿੱਚ ਸਿਰਫ ਭਲੇ ਅਤੇ ਬੁਰੇ ਦੀ ਸਿਆਣ ਦਾ ਬਿਰਛ ਨਹੀਂ ਸੀ, ਉੱਥੇ ਹੋਰ ਕਿਹੜਾ ਬਿਰਛ ਸੀ? ਆਓ ਅਸੀਂ ਅਧਿਆਇ 3 ਵਚਨ 22 ਤੇ ਜਾਈਏ। ਤਦ ਯਹੋਵਾ ਪਰਮੇਸ਼ਵਰ ਨੇ ਆਖਿਆ, ਵੇਖੋ ਆਦਮੀ ਭਲੇ ਬੁਰੇ ਦੀ ਸਿਆਣ ਵਿੱਚ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਹੈ ਅਤੇ ਹੁਣ ਅਜਿਹਾ ਨਾ ਹੋਵੇ ਕਿ ਉਹ ਆਪਣਾ ਹੱਥ ਵਧਾ ਕੇ ਕਿਸ ਬਿਰਛ ਦਾ? ਜੀਵਨ ਦੇ ਬਿਰਛ ਤੋਂ ਵੀ ਲੈ ਕੇ ਖਾਵੇ ਅਤੇ ਸਦਾ ਜਿਉਂਦਾ ਰਹੇ। ਮਨਾ ਕੀਤਾ ਫਲ ਖਾ ਕੇ ਮਨੁੱਖ ਜਾਤੀ ਦੇ ਪ੍ਰਤੀਨਿਧੀ ਅਰਥਾਤ ਆਦਮ ਅਤੇ ਹਵਾ ਦਾ ਮਰਨਾ ਪੱਕਾ ਹੋਇਆ। ਜੇਕਰ ਉਹਨਾਂ ਲਈ ਜੀਵਨ ਦੇ ਬਿਰਛ ਦਾ ਫਲ ਖਾਣ ਦਾ ਕੋਈ ਰਾਹ ਹੁੰਦਾ ਤਾਂ ਉਹ ਦੁਬਾਰਾ ਜੀ ਸਕਦੇ ਸੀ, ਹੈ ਨਾ। ਪਰ ਵਚਨ 23 ਵਿੱਚ ਪਰਮੇਸ਼ਵਰ ਨੇ ਕੁਝ ਉਪਾਅ ਕੀਤਾ ਤਾਂ ਜੋ ਪਾਪੀ ਜੀਵਨ ਦੇ ਬਿਰਛ ਦੇ ਨੇੜੇ ਨਾ ਜਾ ਸਕਣ। ਆਓ ਅਸੀਂ ਵਚਨ 23 ਵੇਖੀਏ। ਸੋ ਯਹੋਵਾ ਪਰਮੇਸ਼ਵਰ ਨੇ ਉਹਨੂੰ ਅਦਨ ਦੇ ਬਾਗੋਂ ਕੱਢ ਦਿੱਤਾ ਤਾਂ ਜੋ ਉਹ ਉਸ ਜ਼ਮੀਨ ਨੂੰ ਵਾਹੇ ਜਿਸ ਤੋਂ ਉਹ ਕੱਢਿਆ ਗਿਆ ਸੀ। ਸੋ ਉਸ ਨੇ ਆਦਮੀ ਨੂੰ ਕੱਢ ਦਿੱਤਾ ਅਤੇ ਉਸਨੇ ਅਦਨ ਦੇ ਬਾਗ ਦੇ ਚੜ੍ਹਦੇ ਪਾਸੇ ਦੂਤਾਂ ਨੂੰ ਅਤੇ ਚੁਪਾਸੇ ਘੁੰਮਣ ਵਾਲੇ ਖੰਡੇ ਦੀ ਲਸ਼ਕ ਨੂੰ ਰੱਖਿਆ ਤਾਂ ਜੋ ਉਹ ਜੀਵਨ ਦੇ ਬੀਜ ਦੇ ਰਾਹ ਦੀ ਰਾਖੀ ਕਰਨ। ਪਰਮੇਸ਼ਵਰ ਨੇ ਚੜ੍ਹਦੇ ਪਾਸੇ ਦੂਤਾਂ ਨੂੰ ਅਤੇ ਚੁਪਾਸੇ ਘੁੰਮਣ ਵਾਲੇ ਖੰਡੇ ਦੀ ਲਸ਼ਕ ਨਾਲ ਜੀਵਨ ਦੇ ਰੁੱਖ ਦਾ ਪਹਿਰਾ ਦੇਣ ਦਾ ਹੁਕਮ ਦਿੱਤਾ ਤਾਂ ਜੋ ਪਾਪੀ ਜਿਨ੍ਹਾਂ ਨੇ ਮਨਾ ਕੀਤਾ ਫਲ ਖਾਧਾ ਸੀ ਜੀਵਨ ਦੇ ਬੀਜ ਦੇ ਨੇੜੇ ਜਾਣ ਦੀ ਹਿੰਮਤ ਨਾ ਕਰ ਸਕਣ। ਉਸ ਵੇਲੇ ਤੋਂ ਜਿਵੇਂ ਰੋਮੀਆਂ ਅਧਿਆਇ 7 ਵਿੱਚ ਲਿਖਿਆ ਹੈ, ਆਦਮ ਅਤੇ ਹਵਾ ਇਹ ਕਹਿੰਦੇ ਹੋਏ ਸੋਗ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਸੀ, ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ, ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ। ਜੇਕਰ ਜੀਵਨ ਦੇ ਬੀਜ ਦਾ ਰਾਹ ਖੁੱਲ ਜਾਂਦਾ ਤਾਂ ਆਦਮ ਅਤੇ ਹਵਾ ਸਭ ਤੋਂ ਬਿਹਤਰ ਜੀਵਨ ਜੀ ਸਕਦੇ ਸੀ, ਹੈ ਨਾ। ਅਦਨ ਵਿੱਚ ਆਦਮ
ਅਤੇ ਹਵਾ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਉਹ ਉਦਾਸ, ਬਿਮਾਰ ਜਾਂ ਪਰੇਸ਼ਾਨ ਨਹੀਂ, ਪਰ ਹਮੇਸ਼ਾ ਖੁਸ਼ ਸੀ। ਪਰ ਚਲਾਕ ਸ਼ੈਤਾਨ ਦੇ ਉਹਨਾਂ ਨੂੰ ਭਰਮਾਉਣ ਕਰਕੇ ਉਹਨਾਂ ਨੇ ਮਨਾ ਕੀਤਾ ਹੋਇਆ ਫਲ ਖਾਧਾ ਅਤੇ ਸਾਰੀ ਮਨੁੱਖ ਜਾਤੀ ਉੱਤੇ ਪਾਪ ਲੈ ਆਇਆ। ਭਾਵੇਂ ਜੀਵਨ ਦਾ ਬਿਰਛ ਉੱਥੇ ਹੀ ਸੀ, ਪਰ ਪਰਮੇਸ਼ਵਰ ਨੇ ਚੜ੍ਹਦੇ ਪਾਸੇ ਦੂਤਾਂ ਨੂੰ ਅਤੇ ਚੁਪਾਸੇ ਘੁੰਮਣ ਵਾਲੀਆਂ ਲਸ਼ਕਾਂ ਦਾ ਪਹਿਰਾ ਰੱਖਿਆ ਤਾਂ ਜੋ ਪਾਪੀ ਉਸ ਰੁੱਖ ਦੇ ਨੇੜੇ ਨਾ ਜਾ ਸਕਣ। ਜੇਕਰ ਲੋਕ ਸਿਰਫ ਜੀਵਨ ਦੇ ਰੁੱਖ ਦਾ ਫਲ ਖਾਣ ਤਾਂ ਉਹਨਾਂ ਨਾਲ ਕੀ ਹੋਵੇਗਾ? ਉਹ ਸਦਾ ਲਈ ਜਿਉਣਗੇ, ਹੈ ਨਾ? ਪਰ ਪਰਮੇਸ਼ਵਰ ਨੇ ਜੀਵਨ ਦੇ ਰੁੱਖ ਦਾ ਰਾਹ ਬੰਦ ਕਰ ਦਿੱਤਾ। ਫਿਰ ਜੀਵਨ ਦੇ ਰੁੱਖ ਦਾ ਰਾਹ ਖੋਲ ਕੇ ਸਾਨੂੰ ਉਸ ਦਾ ਫਲ ਸਿਰਫ ਕੌਣ ਖਾਣ ਦੇ ਸਕਦਾ ਹੈ? ਸਿਰਫ ਪਰਮੇਸ਼ਵਰ ਅਜਿਹਾ ਕਰ ਸਕਦੇ ਹਨ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਪਰਮੇਸ਼ਵਰ ਨੇ ਪਤਰਸ ਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਦਿੱਤੀਆਂ। ਜਦੋਂ ਅਸੀਂ ਪਰਮੇਸ਼ਵਰ ਨਾਲ ਮਿਲਦੇ ਹਾਂ ਤਦ ਪਰਮੇਸ਼ਵਰ ਨੇ ਸਾਨੂੰ ਸਾਰੀ ਮਨੁੱਖ ਜਾਤੀ ਨੂੰ ਸਦੀਪਕ ਜੀਵਨ ਦਾ ਰਾਹ ਦੱਸਣ ਦਾ ਅਧਿਕਾਰ ਦਿੱਤਾ ਹੈ। ਉਹਨਾਂ ਨੇ ਕਿਹਾ, ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਸਵਰਗ ਵਿੱਚ ਬੰਨਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲੇਗਾ ਸਵਰਗ ਵਿੱਚ ਖੋਲਿਆ ਜਾਵੇਗਾ। ਫਿਰ ਸਾਨੂੰ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਜੀਵਨ ਦੇ ਵਿੱਚ ਦਾ ਫਲ ਕਿਵੇਂ ਖਾ ਸਕਦੇ ਹਾਂ। ਪਰਮੇਸ਼ਵਰ ਭਲੇ ਅਤੇ ਬੁਰੇ ਦੀ ਸਿਆਣ ਦੇ ਬਿਰਛ ਅਤੇ ਜੀਵਨ ਦੇ ਬਿਰਛ ਤੋਂ ਸਾਨੂੰ ਕੀ ਸਿਖਾਉਣਾ ਚਾਹੁੰਦੇ ਹਨ? ਇਹ ਮਾਮਲਾ ਸੁਲਝਾਉਣ ਤੋਂ ਪਹਿਲਾਂ ਸਾਨੂੰ ਸਭ ਤੋਂ ਪਹਿਲਾਂ ਪੁਰਾਣੇ ਅਤੇ ਨਵੇਂ ਨੇਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਨਾ ਚਾਹੀਦਾ ਹੈ। ਪੁਰਾਣੇ ਨੇਮ ਵਿੱਚ ਪਰਮੇਸ਼ਵਰ ਦੀ ਮਰਜ਼ੀ ਨੂੰ ਪਰਛਾਵੇਂ ਦੇ ਰੂਪ ਵਿੱਚ ਵਿਖਾਇਆ ਗਿਆ ਹੈ ਅਤੇ ਉਸ ਪਰਛਾਵੇਂ ਦੀ ਅਸਲੀਅਤ ਨਵਾਂ ਨੇਮ ਹੈ। ਦੂਸਰੇ ਸ਼ਬਦਾਂ ਵਿੱਚ ਪੁਰਾਣਾ ਨੇਮ ਪਰਛਾਵਾਂ ਹੈ, ਨਵਾਂ ਨੇਮ ਉਸ ਦੀ ਅਸਲੀਅਤ ਹੈ। ਪਰਛਾਵੇਂ ਵਿੱਚ ਭਲੇ ਅਤੇ ਬੁਰੇ ਦੀ ਸਿਆਣ ਦਾ ਬਿਰਛ ਵਿਖਾਈ ਦਿੱਤਾ ਹੈ। ਮਹੱਤਵਪੂਰਨ ਗੱਲ ਜੀਵਨ ਦੇ ਬਿਰਛ ਦੀ ਅਸਲੀਅਤ ਜਾਣਨਾ ਹੈ ਨਾ? ਉਦੋਂ ਹੀ ਅਸੀਂ ਸਦੀਪਕ ਜੀਵਨ ਤੱਕ ਪਹੁੰਚ ਸਕਦੇ ਹਾਂ। ਸਦੀਪਕ ਜੀਵਨ ਦੇ ਨਾਲ ਇਸ ਧਰਤੀ ਉੱਤੇ ਆਉਣ ਵਾਲੇ ਕੌਣ ਹਨ? ਸਵਰਗ ਦਾ ਫਾਟਕ ਸਿਰਫ ਉਦੋਂ ਖੁੱਲ ਸਕਦਾ ਹੈ ਜਦੋਂ ਅਸੀਂ ਉਹਨਾਂ ਦੇ ਬਾਰੇ ਜਾਣ ਕੇ ਉਹਨਾਂ ਨਾਲ ਮਿਲਦੇ ਹਾਂ, ਹੈ ਨਾ? ਆਓ ਅਸੀਂ 2000 ਸਾਲ ਪਹਿਲਾਂ ਯੀਸ਼ੂ ਦੇ ਦਿੱਤੇ ਹੋਏ ਜੀਵਨ ਦੇ ਬਿਰਛ ਦਾ ਜਵਾਬ ਵੇਖੀਏ। ਯਹੂਨਾ ਅਧਿਆਇ 6 ਵਚਨ 53। ਯੀਸ਼ੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਂਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਕੀ ਨਹੀਂ? ਜਿਉਣ ਨਹੀਂ ਹੈ। ਜੋ ਪਾਪ ਆਦਮ ਅਤੇ ਹਵਾ ਨੇ ਮਨਾ ਕੀਤਾ ਫਲ ਖਾ ਕੇ ਕੀਤਾ ਸੀ, ਉਹ ਪਾਪ ਮਨੁੱਖ ਜਾਤੀ ਤੱਕ ਆਇਆ। ਇਸ ਤਰ੍ਹਾਂ ਸਾਡਾ ਮਰਨਾ ਪੱਕਾ ਹੈ। ਵਚਨ 54, ਜੋ ਕੋਈ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਜੋ ਮਸੀਹ ਦਾ ਮਾਂਸ ਖਾਂਦਾ ਅਤੇ ਮਸੀਹ ਦਾ ਲਹੂ ਪੀਂਦਾ ਹੈ, ਉਸੇ ਦਾ ਕੀ ਹੈ? ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਅੰਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ, ਕਿਉਂਕਿ ਮੇਰਾ ਮਾਂਸ ਸੱਚਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ। ਸਾਨੂੰ ਸਦੀਪਕ ਜੀਵਨ ਬਾਰੇ ਯੀਸ਼ੂ ਦੀ ਸਿੱਖਿਆ ਤੇ ਧਿਆਨ ਦੇਣਾ ਚਾਹੀਦਾ ਹੈ। ਪਰਮੇਸ਼ਵਰ ਦੇ ਅਦਨ ਦੇ ਬਾਗ ਵਿੱਚ ਜੀਵਨ ਦੇ ਬਿਰਛ ਦਾ ਫਲ ਖਾਣ ਵਾਲਿਆਂ ਨੂੰ ਸਦੀਪਕ ਜੀਵਨ ਵਿੱਚ ਆਉਣ ਦਿੱਤਾ। ਪਰ ਯਹੂਨਾ ਅਧਿਆਇ 6 ਵਿੱਚ ਯੀਸ਼ੂ ਨੇ ਕਿਹਾ, ਜੋ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸੇ ਦਾ ਹੈ। ਫਿਰ ਅਦਨ ਦੇ ਬਾਗ ਵਿੱਚ ਜੀਵਨ ਦੇ ਬਿਰਛ ਦੀ ਅਸਲੀਅਤ ਜੋ ਸਿਰਫ ਇੱਕ ਦ੍ਰਿਸ਼ਟਾਂਤ ਹੈ, ਯੀਸ਼ੂ ਦਾ ਮਾਂਸ ਅਤੇ ਲਹੂ ਨਹੀਂ, ਹੈ ਨਾ? ਅਸੀਂ ਪਤਾ ਲਗਾਇਆ ਹੈ ਕਿ ਜੀਵਨ ਦੇ ਬਿਰਛ ਦੀ ਅਸਲੀਅਤ ਜਿਸ ਦੀ ਮਨੁੱਖ ਜਾਤੀ ਵੱਡੀ ਲਾਲਸਾ ਕਰਦੀ ਹੈ, ਯੀਸ਼ੂ ਦਾ ਮਾਂਸ ਅਤੇ ਲਹੂ ਹੈ। ਯੀਸ਼ੂ ਨੇ ਕਿਹਾ ਕਿ ਜੋ ਮੇਰਾ ਮਾਂਸ ਖਾਂਦਾ ਅਤੇ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿੰਦਾ ਉਠਾਵਾਂਗਾ। ਯੀਸ਼ੂ ਨੇ ਬੁਝਾਰਤ ਸੁਲਝਾਈ। ਇੱਥੇ ਉਹ ਸਾਨੂੰ ਜਵਾਬ ਦੇ ਰਹੇ ਹਨ। ਆਓ ਅਸੀਂ ਵਚਨ 54 ਦੁਬਾਰਾ ਵੇਖੀਏ। ਜੋ ਕੋਈ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਅੰਧੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ, ਕਿਉਂਕਿ ਮੇਰਾ ਮਾਂਸ ਸੱਚਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ।
ਜੋ ਮੇਰਾ ਮਾंस ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸੋ ਮੇਰੇ ਵਿੱਚ ਰਹਿੰਦਾ ਅਰ ਮੈਂ ਉਸ ਵਿੱਚ। ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜਿਉਂਦਾ ਹਾਂ, ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਹੈ ਸੋ ਮੇਰੇ ਕਾਰਨ ਜੀਏਗਾ। ਯੀਸ਼ੂ ਨੇ ਇਹ ਨਹੀਂ ਕਿਹਾ ਜੋ ਜੀਵਨ ਦੇ ਵਿਰਛ ਦਾ ਫਲ ਖਾਂਦਾ ਹੈ ਉਹ ਜੀਵਨ ਦੇ ਰੁੱਖ ਨਾਲ ਜੀਏਗਾ, ਪਰ ਅਜਿਹਾ ਕਿਹਾ ਜੋ ਮੈਨੂੰ ਖਾਂਦਾ ਹੈ, ਕਿਉਂਕਿ ਯੀਸ਼ੂ ਹੀ ਅਦਨ ਵਿੱਚ ਜੀਵਨ ਦਾ ਵਿਰਛ ਹੈ। ਇਸ ਲਈ ਉਹਨਾਂ ਨੇ ਕਿਹਾ ਜੋ ਮੇਰਾ ਮਾंस ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀਵਨ ਉਸੇ ਦਾ ਹੈ। ਯੀਸ਼ੂ ਸਾਨੂੰ ਸਦੀਪਕ ਜੀਵਨ ਦਾ ਰਾਹ ਸਿਖਾ ਰਹੇ ਹਨ, ਜਿਸ ਦੀ ਮਨੁੱਖ ਜਾਤੀ ਵੱਡੀ ਲਾਲਸਾ ਕਰਦੀ ਹੈ। ਫਿਰ ਅਸੀਂ ਯੀਸ਼ੂ ਦਾ ਮਾंस ਅਤੇ ਲਹੂ ਕਿਵੇਂ ਖਾ ਪੀ ਸਕਦੇ ਹਾਂ? ਸਾਡੇ ਕੋਲ ਇਸ ਦਾ ਵੀ ਜਵਾਬ ਹੋਣਾ ਚਾਹੀਦਾ ਹੈ ਨਾ? ਆਓ ਅਸੀਂ ਮਤੀ ਅਧਿਆਇ 26 ਵਚਨ 17 ਉੱਤੇ ਜਾਈਏ। ਪਤੀ ਦੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯੀਸ਼ੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾ ਤਿਆਰ ਕਰੀਏ? ਤਾਂ ਉਹਨੇ ਕਿਹਾ, ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹਨੂੰ ਕਹੋ, ਭਾਈ ਗੁਰੂ ਆਖਦਾ ਹੈ ਮੇਰਾ ਵੇਲਾ ਨੇੜੇ ਆ ਗਿਆ, ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾ ਦਾ ਤਿਉਹਾਰ ਕਰਾਂਗਾ। ਚੇਲਿਆਂ ਨੇ ਜਿਸ ਤਰ੍ਹਾਂ ਯੀਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਕੀਤਾ ਅਤੇ ਪਸਾ ਤਿਆਰ ਕੀਤੀ। ਇੱਥੇ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਯੀਸ਼ੂ ਦਾ ਮਾंस ਅਤੇ ਲਹੂ ਖਾਣ ਪੀਣ ਦਾ ਰਾਹ ਪਸਾ ਵਿੱਚ ਹੈ। ਇਹ ਬਹੁਤ ਮਹੱਤਵਪੂਰਨ ਹੈ। ਵਚਨ 26 ਜਦੋਂ ਖਾ ਰਹੇ ਸਨ ਤਦ ਯੀਸ਼ੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਰ ਚੇਲਿਆਂ ਨੂੰ ਦੇ ਕੇ ਆਖਿਆ, ਲੋ ਖਾਓ, ਇਹ ਮੇਰਾ ਸਰੀਰ ਹੈ। ਫਸਾ ਦੀ ਰੋਟੀ ਲੈ ਕੇ ਅਤੇ ਚੇਲਿਆਂ ਨੂੰ ਦਿੰਦੇ ਹੋਏ ਉਹਨੇ ਕਿਹਾ, ਇਹ ਮੇਰਾ ਸਰੀਰ ਹੈ। ਵਚਨ 27 ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ। ਪਸਾ ਦੇ ਦਾਖਰਸ ਦੇ ਬਾਰੇ ਜੋ ਪਿਆਲੇ ਵਿੱਚ ਸੀ ਉਹਨਾਂ ਨੇ ਕਿਹਾ, ਤੁਸੀਂ ਸਾਰੇ ਇਸ ਵਿੱਚੋਂ ਪੀਓ, ਕਿਉਂ ਜੋ ਨੇਮ ਦਾ ਇਹ ਕੀ ਹੈ, ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਯੀਸ਼ੂ ਨੇ ਕਿਹਾ ਕਿ ਫਸਾ ਦਾ ਦਾਖਰਸ ਮੇਰਾ ਲਹੂ ਅਰਥਾਤ ਨੇਮ ਦਾ ਲਹੂ ਹੈ। ਫਸਾ ਦੀ ਰੋਟੀ ਯੀਸ਼ੂ ਦਾ ਮਾंस ਹੈ ਅਤੇ ਫਸਾ ਦਾ ਦਾਖਰਸ ਉਹਨਾਂ ਦਾ ਲਹੂ। ਯਹੂਨਾ ਅਧਿਆਇ 6 ਵਚਨ 54 ਵਿੱਚ ਜੋ ਮੇਰਾ ਮਾंस ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀਵਨ ਉਸੇ ਦਾ ਹੈ। ਇਹਨਾਂ ਵਚਨਾਂ ਦੇ ਸਹੀ ਜਵਾਬ ਦੇ ਰੂਪ ਵਿੱਚ ਉਹਨਾਂ ਨੇ ਨਵੇਂ ਨੇਮ ਦੇ ਫਸਾ ਨਾਲ ਜੀਵਨ ਦੇ ਵਿਰਛ ਦਾ ਫਲ ਖਾਣ ਦਾ ਰਾਹ ਖੋਲਿਆ। ਅਦਨ ਵਿੱਚ ਜੀਵਨ ਦਾ ਬਿਰਛ ਪਸਾ ਦੀ ਸੱਚਾਈ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਪਸਾ ਹੀ ਬਿਲਕੁਲ ਚਾਹੀਦਾ ਹੈ, ਕਿਉਂਕਿ ਇਹ ਉਹੀ ਜੀਵਨ ਦਾ ਬਿਰਛ ਹੈ ਜਿਸ ਦੇ ਬਾਰੇ ਯੀਸ਼ੂ ਨੇ ਸਿਖਾਇਆ। ਪਰ ਜੀਵਨ ਦੀ ਇਸ ਕੀਮਤੀ ਸੱਚਾਈ ਨੂੰ ਸ਼ੈਤਾਨ ਨੇ ਰੱਦ ਦਿੱਤਾ। ਪਸਾ 300 ਸਾਲਾਂ ਤੱਕ ਮਨਾਇਆ ਜਾ ਰਿਹਾ ਸੀ ਅਤੇ ਆਖਰਕਾਰ 325 ਈਸਵੀ ਵਿੱਚ ਨਿਕਿਆ ਦੀ ਪਰਿਸ਼ਦ ਵਿੱਚ ਇਸ ਨੂੰ ਮਿਟਾ ਦਿੱਤਾ ਗਿਆ। ਅਜਿਹੀ ਮੰਦਭਾਗੀ ਗੱਲ ਧਰਤੀ ਉੱਤੇ ਵਾਪਰੀ। ਦੁਬਾਰਾ ਤੋਂ ਲਗਭਗ 1600 ਸਾਲਾਂ ਤੱਕ ਧਰਤੀ ਉੱਤੇ ਪਸਾ ਪ੍ਰਗਟ ਨਹੀਂ ਹੋਇਆ। ਪਸਾ ਗਾਇਬ ਹੋ ਗਿਆ। ਇਸ ਦਾ ਮਤਲਬ ਕੀ ਹੈ ਕਿ ਜੀਵਨ ਦੇ ਬਿਰਛ ਦਾ ਰਾਹ ਗਾਇਬ ਹੋ ਗਿਆ। ਉਸ ਸਮੇਂ ਨੂੰ ਹਨੇਰੇ ਨਾਲ ਭਰਿਆ ਯੁੱਗ ਮੰਨਿਆ ਜਾਂਦਾ ਹੈ, ਜਿਸ ਵਿੱਚ ਨਾ ਤਾਂ ਜੋਤੀ ਸੀ ਅਤੇ ਨਾ ਹੀ ਸੱਚਾਈ। 1600 ਸਾਲਾਂ ਦੇ ਲੰਬੇ ਸਮੇਂ ਲਈ ਜੀਵਨ ਦੇ ਬਿਰਛ ਦੀ ਸੱਚਾਈ ਵਿੱਚ ਕੋਈ ਨਹੀਂ ਆ ਸਕਿਆ। ਮਨੁੱਖ ਜਾਤੀ ਦੇ ਇਸ ਦੁੱਖ ਨੂੰ ਵੇਖ ਕੇ ਮਸੀਹ ਨੇ ਲੋਕਾਂ ਨੂੰ ਬਚਾਉਣ ਲਈ ਦੂਸਰੀ ਵਾਰ ਧਰਤੀ ਉੱਤੇ ਆਉਣ ਦਾ ਫੈਸਲਾ ਕੀਤਾ। ਆਓ ਅਸੀਂ ਇਬਰਾਨੀਆਂ ਅਧਿਆਇ 9 ਤੇ ਜਾਈਏ। ਵਚਨ 27 ਕਹਿੰਦਾ ਹੈ, ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹਦੇ ਪਿੱਛੋਂ ਨਿਆਂ ਹੁੰਦਾ ਹੈ, ਤਿਵੇਂ ਮਸੀਹ ਵੀ ਬਾਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜਾਇਆ ਗਿਆ। ਯੀਸ਼ੂ ਦਾ ਪਹਿਲੀ ਵਾਰੀ ਆਉਣਾ ਮਨੁੱਖ ਜਾਤੀ ਦੇ ਪਾਪਾਂ ਨੂੰ ਚੁੱਕਣਾ ਸੀ। ਫਿਰ ਉਹਨਾਂ ਦੀ ਦੂਸਰੀ ਵਾਰੀ ਆਉਣ ਦਾ ਕਾਰਨ ਕੀ ਸੀ? ਅਤੇ ਉਹਨਾਂ ਉੱਤੇ ਜਿਹੜੇ ਉਹਨੂੰ ਉਡੀਕਦੇ ਹਨ ਪਾਪ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਦੂਈ ਵਾਰ ਪ੍ਰਗਟ ਹੋਵੇਗਾ। ਮੁਕਤੀ ਲਈ ਦਾ ਮਤਲਬ ਕੀ ਹੈ? ਜਦੋਂ ਤੱਕ ਉਹ ਨਾ ਆਉਣ ਉਦੋਂ ਤੱਕ ਧਰਤੀ ਹਨੇਰੇ ਵਿੱਚ ਡੁੱਬੀ ਹੋਈ ਸੀ
ਜਿੱਥੇ ਮੁਕਤੀ ਕੋਈ ਨਹੀਂ ਪਾ ਸਕਦਾ ਸੀ। ਇਸ ਲਈ ਮਸੀਹ ਨੂੰ ਮਨੁੱਖ ਜਾਤੀ ਦੀ ਮੁਕਤੀ ਲਈ ਦੂਸਰੀ ਵਾਰ ਆਉਣਾ ਚਾਹੀਦਾ ਹੈ ਅਤੇ ਜੀਵਨ ਦੇ ਵਿਰਚ ਲੈ ਕੇ ਆਉਣਾ ਚਾਹੀਦਾ ਹੈ ਜੋ ਅਦਨ ਵਿੱਚ ਸੀ। ਜੀਵਨ ਦਾ ਵਿਰਚ ਕਿਸ ਸੱਚਾਈ ਨੂੰ ਦਰਸਾਉਂਦਾ ਹੈ? ਦੂਸਰੀ ਵਾਰ ਆਉਣ ਵੇਲੇ ਨਵਾਂ ਨੇਮ ਪਸਾ ਦੀ ਸੱਚਾਈ ਨਾਲ ਵਿਖਾਈ ਦੇਣਾ ਚਾਹੀਦਾ ਹੈ। ਮਤੀ ਅਧਿਆਇ 24 ਸਾਨੂੰ ਵਾਰ-ਵਾਰ ਸਚੇਤ ਰਹਿਣ ਦੀ ਚੇਤਾਵਨੀ ਦਿੰਦਾ ਹੈ, ਕਿਉਂਕਿ ਬਹੁਤ ਸਾਰੇ ਝੂਠੇ ਮਸੀਹ ਤੇ ਝੂਠੇ ਨਬੀ ਉੱਠਣਗੇ ਅਤੇ ਚੁਣਿਆ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣਗੇ। ਇਸ ਲਈ ਦੂਸਰੀ ਵਾਰੀ ਆਉਣ ਵਾਲੇ ਮਸੀਹ ਜੀਵਨ ਦੀ ਸੱਚਾਈ ਜੋ ਅਦਨ ਵਿੱਚ ਗਵਾਚ ਗਈ ਸੀ ਪੱਕਾ ਹੀ ਦੁਬਾਰਾ ਸਥਾਪਿਤ ਕਰਕੇ ਸਾਨੂੰ ਜੀਵਨ ਦੇ ਵਿਰਚ ਦਾ ਫਲ ਖਾਣ ਦੇਣਗੇ, ਕਿਉਂਕਿ ਉਸ ਵੇਲੇ ਹੀ ਉਹ ਮਨਾ ਕੀਤਾ ਫਲ ਖਾਣ ਦੇ ਪਾਪ ਕਰਕੇ ਮਰਨ ਲਈ ਨਿਯੁਕਤ ਹੋਈ ਮਨੁੱਖ ਜਾਤੀ ਨੂੰ ਮੁਕਤੀ ਦੇ ਸਕਦੇ ਹਨ। ਪਰਮੇਸ਼ਵਰ ਦੇ ਇਸ ਸਭ ਤੋਂ ਵੱਡੇ ਸਵਾਲ ਤੇ ਤੁਸੀਂ ਮੈਨੂੰ ਕੀ ਕਹਿੰਦੇ ਹੋ? ਪਤਰਸ ਨੇ ਅਜਿਹਾ ਕਿਹਾ, ਕਿਉਂਕਿ ਤੁਹਾਡੇ ਕੋਲ ਸਦੀਪਕ ਜੀਵਨ ਦੇ ਵਚਨ ਹਨ, ਇਸ ਲਈ ਤੁਸੀਂ ਸਰੀਰ ਵਿੱਚ ਹੋ ਕੇ ਆਏ ਪਰਮੇਸ਼ਵਰ ਹੋ। ਅੱਜ ਵੀ ਸਿਯੋਨ ਦੀਆਂ ਸਾਰੀਆਂ ਸੰਤਾਨਾਂ ਨੂੰ ਇਹ ਜਵਾਬ ਦੇਣਾ ਚਾਹੀਦਾ ਹੈ, ਕਿਉਂਕਿ ਤੁਹਾਡੇ ਕੋਲ ਸਦੀਪਕ ਜੀਵਨ ਦੇ ਵਚਨ ਹਨ, ਇਸ ਲਈ ਤੁਸੀਂ ਸਰੀਰ ਵਿੱਚ ਆਏ ਪਰਮੇਸ਼ਵਰ ਹੋ। ਆਓ ਅਸੀਂ ਯਸ਼ਾਇਆ ਅਧਿਆਇ 25 ਵਿੱਚ ਪਰਮੇਸ਼ਵਰ ਦਾ ਜਵਾਬ ਜਾਣੀਏ। ਯਸ਼ਾਇਆ ਅਧਿਆਇ 25 ਵਚਨ 6 ਕਹਿੰਦਾ ਹੈ, ਇਸੇ ਪਹਾੜ ਤੇ ਸੈਨਾ ਦਾ ਯਹੋਵਾ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦਾ ਦਾਊਦ ਕਰੇਗਾ। ਪੁਰਾਣੀਆਂ ਮਦਾਂ ਦੀ ਦਾਊਦ ਗੁੱਦੇ ਸਨੇ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮਦਾਂ। ਇਹ ਪਹਾੜ ਸਿਯੋਨ ਪਹਾੜ ਨੂੰ ਸੂਚਿਤ ਕਰਦਾ ਹੈ। ਆਓ ਅਸੀਂ ਵਚਨ 7 ਨਾਲ ਜਾਰੀ ਰੱਖੀਏ। ਅਤੇ ਇਸ ਪਹਾੜ ਤੇ ਉਸ ਪਰਦੇ ਨੂੰ ਜੱਫ ਲਵੇਗਾ, ਉਸ ਪਰਦੇ ਨੂੰ ਜਿਹੜਾ ਸਾਰਿਆਂ ਲੋਕਾਂ ਦੇ ਉੱਤੇ ਹੈ, ਨਾਲੇ ਉਸ ਕੱਜਰ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ, ਉਹ ਮੌਤ ਨੂੰ ਸਦਾ ਲਈ ਜੱਫ ਲਵੇਗਾ। ਅਤੇ ਪ੍ਰਭੂ ਯਹੋਵਾ ਸਾਰੇ ਮੂੰਹਾਂ ਤੋਂ ਹੰਝੂ ਪੂੰਝ ਸੁੱਟੇਗਾ ਅਤੇ ਆਪਣੀ ਪ੍ਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਉੱਤੇ ਦੂਰ ਕਰ ਦੇਵੇਗਾ, ਕਿਉਂਕਿ ਇਹ ਯਹੋਵਾ ਦਾ ਬੋਲ ਹੈ। ਜੋ ਪੁਰਾਣਾ ਦਾਖਰਸ ਯਸ਼ਾਇਆ ਅਧਿਆਇ 25 ਵਚਨ 6 ਵਿੱਚ ਵਿਖਾਈ ਦਿੰਦਾ ਹੈ, ਉਹ ਫਸਾਦ ਦੇ ਦਾਖਰਸ ਨੂੰ ਸੂਚਿਤ ਕਰਦਾ ਹੈ ਜੋ 1600 ਸਾਲਾਂ ਤੱਕ ਮਨਾਇਆ ਨਹੀਂ ਗਿਆ ਸੀ। ਐਦਾਂ ਇਸ ਲਈ ਹੈ ਕਿਉਂਕਿ ਜਿਸ ਦਾਖਰਸ ਨਾਲ ਪਰਮੇਸ਼ਵਰ ਨੇ ਮੌਤ ਦਾ ਨਾਸ਼ ਕਰਨ ਦਾ ਵਾਅਦਾ ਕੀਤਾ, ਉਹ ਸਿਰਫ ਫਸਾਦ ਦਾ ਦਾਖਰਸ ਹੈ। ਆਓ ਅਸੀਂ ਵਚਨ 9 ਵੇਖੀਏ। ਉਸ ਦਿਨ ਆਖਿਆ ਜਾਵੇਗਾ, ਉਸ ਵੇਲੇ ਜਦੋਂ ਪਰਮੇਸ਼ਵਰ ਆਣਗੇ ਅਤੇ ਮੌਤ ਦਾ ਨਾਸ਼ ਕਰਨਗੇ ਤਾਂ ਕੀ ਕਿਹਾ ਜਾਏਗਾ? ਵੇਖੋ, ਇਹ ਸਾਡਾ ਪਰਮੇਸ਼ਵਰ ਹੈ। ਹੁਣ ਸਾਨੂੰ ਜਵਾਬ ਮਿਲ ਗਿਆ ਹੈ। ਸਾਨੂੰ ਸਭ ਤੋਂ ਵੱਡੀ ਬੁਝਾਰਤ ਦਾ ਜਵਾਬ ਮਿਲਿਆ ਹੈ। ਤੁਸੀਂ ਮੈਨੂੰ ਕੀ ਕਹਿੰਦੇ ਹੋ? ਕਿਉਂਕਿ ਤੁਸੀਂ ਜੀਵਨ ਦੇ ਰੁੱਖ ਦੀ ਸੱਚਾਈ ਲੈ ਕੇ ਆਏ ਹੋ, ਇਸ ਲਈ ਤੁਸੀਂ ਪਰਮੇਸ਼ਵਰ ਹੋ। ਪਤਰਸ ਨੇ ਉਸ ਬੁਝਾਰਤ ਦਾ ਜਵਾਬ 2000 ਸਾਲ ਪਹਿਲਾਂ ਦਿੱਤਾ ਸੀ। ਪਵਿੱਤਰ ਆਤਮਾ ਦੇ ਯੁੱਗ ਵਿੱਚ ਉਹਨਾਂ ਨੂੰ ਜਵਾਬ ਦੇਣ ਦੀ ਵਾਰੀ ਸਾਡੀ ਹੈ। ਵੇਖੋ, ਇਹ ਸਾਡਾ ਪਰਮੇਸ਼ਵਰ ਹੈ। ਅਸੀਂ ਉਹਨੂੰ ਉਡੀਕਦੇ ਸਾਂ ਅਤੇ ਉਹ ਸਾਨੂੰ ਬਚਾਵੇਗਾ। ਕੋਈ ਸਾਨੂੰ ਮੁਕਤੀ ਨਹੀਂ ਦੇ ਸਕਦਾ, ਪਰ ਸਿਰਫ ਉਹੀ ਜੋ ਫਸਾਦ ਦੀ ਪੁਰਾਣੇ ਦਾਖਰਸ ਤੋਂ ਮੌਤ ਦਾ ਸਦਾ ਲਈ ਨਾਸ਼ ਕਰਦੇ ਹਨ ਸਾਨੂੰ ਮੁਕਤੀ ਦੇਣਗੇ। ਇਹ ਯਹੋਵਾ ਹੈ। ਅਸੀਂ ਉਹਦੀ ਉਡੀਕਦੇ ਸਾਂ। ਅਸੀਂ ਉਹਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਆਨੰਦ ਕਰੀਏ। ਅੱਜ ਸਾਨੂੰ ਸਭ ਤੋਂ ਵੱਡੀ ਪਹੇਲੀ ਦਾ ਉੱਤਰ ਮਿਲਿਆ ਹੈ। ਇਹ ਕੌਣ ਹੈ? ਇੱਕ ਵਾਰ ਖੋਏ ਹੋਏ ਨਵੇਂ ਨੇਮ ਦਾ ਫਸਾਦ ਦਾ ਸੱਚ ਕਿਸ ਨੇ ਦੁਬਾਰਾ ਸਥਾਪਿਤ ਕੀਤਾ? ਜੀਵਨ ਦੇ ਬਿਰਚ ਅਤੇ ਸਵਰਗ ਦੇ ਰਾਜ ਦਾ ਰਾਹ ਕਿਸ ਨੇ ਖੋਲਿਆ? ਉਹ ਸਾਡੇ ਸਵਰਗੀ ਪਿਤਾ ਮਸੀਹ ਅਨਸਾਂਗੋਂ ਅਤੇ ਸਵਰਗੀ ਮਾਤਾ ਨਵੀਂ ਯਰੂਸ਼ਲਮ ਹੈ, ਕਿਉਂਕਿ ਉਹ ਨਿਤਰੇ ਹੋਏ ਦਾਖਰਸ ਨਾਲ ਸਾਡੀ ਮੌਤ ਦਾ ਨਾਸ਼ ਕਰਨ ਲਈ ਭੋਜ ਤਿਆਰ ਕਰਦੇ ਹਨ। ਉਹ ਸੱਚ ਵਿੱਚ ਸਾਡੇ ਪਰਮੇਸ਼ਵਰ ਹਨ। ਬਾਈਬਲ ਕਹਿੰਦੀ ਹੈ ਸਾਡਾ ਪਰਮੇਸ਼ਵਰ ਇਹੀ ਹੈ। ਉਸ ਤੋਂ ਮੁਕਤੀ ਪਾ ਕੇ ਅਸੀਂ ਖੁਸ਼ਹਾਲ ਹੋਵਾਂਗੇ, ਕਿਉਂਕਿ ਅਸੀਂ ਪਰਮੇਸ਼ਵਰ ਨੂੰ ਪਾਇਆ, ਜਿਨ੍ਹਾਂ ਦੀ ਗਵਾਹੀ ਸਾਰੀ ਭਵਿੱਖਬਾਣੀਆਂ ਦਿੰਦੀਆਂ ਹਨ। ਕਿਉਂਕਿ ਅਸੀਂ ਉਹ ਉੱਤਰ ਜਾਣਦੇ ਹਾਂ, ਇਸ ਲਈ ਹੁਣ ਇੱਕ ਹੀ ਕੰਮ ਕਰਨਾ ਚਾਹੀਦਾ ਹੈ ਜੋ ਸਾਡੇ ਲਈ ਰਹਿ ਗਿਆ ਹੈ। ਉਹ ਹੈ ਪਿਤਾ ਅਤੇ ਮਾਤਾ ਦੇ ਕਿਤੇ ਵੀ ਜਾਣ ਉੱਤੇ ਉਹਨਾਂ ਦੇ ਰਾਹ ਦਾ ਅਨੁਸਰਨ ਕਰਨਾ। ਜੇਕਰ ਅਸੀਂ ਸਿਰਫ ਇਸ ਰਾਹ ਉੱਤੇ ਚੱਲਦੇ ਰਹੀਏ ਤਾਂ ਜਿਵੇਂ ਪ੍ਰਕਾਸ਼ ਦੀ ਪੋਥੀ 22 ਵਿੱਚ ਲਿਖਿਆ ਹੈ, ਸਾਡੇ ਨਾਲ ਕੀ ਹੋਵੇਗਾ? ਅਸੀਂ ਯੁਗੋ ਯੁਗ ਰਾਜ ਕਰਾਂਗੇ।
ਇਹ ਸਾਰੀ ਮਹਿਮਾ ਦੇਣ ਦੇ ਲਈ ਪਿਤਾ ਅਤੇ ਮਾਤਾ ਨੇ ਸਾਨੂੰ ਇਹ ਵੱਡੀ ਬੁਝਾਰਤ ਦਿੱਤੀ ਅਤੇ ਇਸ ਦਾ ਉੱਤਰ ਜਾਣਨ ਦੇਣ ਲਈ ਸਾਡੀ ਅਗਵਾਈ ਕੀਤੀ। ਅਸੀਂ ਸਿਓਨ ਦੇ ਲੋਕਾਂ ਨੂੰ ਪਿਤਾ ਅਤੇ ਮਾਤਾ ਦੇ ਰਾਹ ਉੱਤੇ ਚੱਲਣਾ ਚਾਹੀਦਾ ਹੈ। ਮੈਂ ਅੱਜ ਦਾ ਉਪਦੇਸ਼ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। 우리 시온의 가족들 다 되시길 부탁드리면서 오늘 말씀 마치도록 하겠습니다. 감사합니다.